जिस मिलिए मन होए आनंद, सो सतगुर कहिए। मन की दुविधा बिन सजाए, हर परम पद लहिए। एक मन पुरख निरंजन त्यावों, गुर प्रसाद हर गुण सद गावों। गुण गावत मन होए बिगसा, सतगुर पूर जना की आसा। सतनाम वाहिगुरु साहिब जी। पोख तुखार न व्यापई, कंठ मिलिया हर नाम। मन बेदिया चरनार बिंद, दर्शन लगड़ा सा। पोख तुखार न व्यापई, कंठ मिलिया हर नाम। मन बेदिया चरनार बिंद, दर्शन लगड़ा सा। ओट गोविंद गोपाल राय, सेवा स्वामी ला। बिखिया पो न सकई, मिल साधु गुण गा। जैते उपजी तह मिली, सच्ची प्रीत समा। कर गह लीनी पार ब्रह्म, बहुड़ न विछुड़िया। बार जाऊं लख बेरिया, हर सज्जन अगम अगा। शर्म पई नारायण, नानक दर पैया। ओख सुहंदा सर्ब सुख, जिस बख्शे वे परवाह। शर्म पई नारायण, नानक दर पैया। ओख सुहंदा सर्ब सुख, जिस बख्शे वे परवाह। परम सन्मान योग जुग हो जुग अटल सतगुरु। तन तन गुरु ग्रंथ ਸਾਹਿਬ महाराज जी ਦੀ पावन पवित्र हजूरी अंदर सुभाईमान होए बैठे गुरु सवारे सत संगी जनों। सतगुरां दी अपार बख्शिश रहमत हुई है। गुरु दरबार अंदर जुड़ बैठ भाई साहब जी दे जथे पासों शब्द कीर्तन सरवण कीता है। सह बख्शिश रहमत करना। पढ़े सुने सतगुरु दे ए पावन बोल साडे हिरदियां दा शिंगार बन जाण। आओ अज पो महीने दी आरंभता हुई है। इन्हां पावन बचनां अंदर साहब जी जो सानू उपदेश दृढ़ करा रहे हैं। जदों 12 माह की इस लड़ी नूं आपां देखदे हां, सतगुरु गुरु अर्जन साहब जी ने इस मांझ राग दे अंदर जो बख्शिश कीती, इसे 12 माह दे अंदर जिस वक्त हाड़ महीने की आरंभता हुई ते साहब कहन लगे, आषाढ़ तपंदा तिस लगै, हर नाहा न जिन्ना पास। जग जीवन पुरख त्याग कै मानस संधि आस। ते अज जे इस पो महीने की आरंभता हुई ते सतगुरु कहन लगे, पोख तोखार ना व्यापई, कंठ मिलिया हर ना। कि जे परमेश्वर दे नाल जीव दी सांझ बन जाए, जे ਉਹ ਅਕਾਲ ਪੁਰਖ ਇਸ ਜੀਵ ਨੂੰ ਆਪਣੇ ਗਲੇ ਦੇ ਨਾਲ ਲਗਾ ਲਏ ਤੇ ਅੱਤ ਦੀ ਪੈਂਦੀ ਹੋਈ ਗਰਮੀ
ਇਸ ਇਨਸਾਨ ਦਾ ਵਾਲ ਵੀ ਵਿੰਗਾ ਨਹੀਂ ਕਰ ਸਕਦੀ। ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਉਹਨਾਂ ਹੀ ਜੇਠ ਹਾੜ ਦੇ ਦਿਨਾਂ ਅੰਦਰ ਹੋਈ ਔਰ ਆਲੇ ਦੁਆਲੇ ਖੜੇ ਹੋਏ ਸਾਰੇ ਲੋਕਾਂ ਨੇ ਇਸ ਸ਼ਾਂਤੀ ਦੇ ਪੁੰਜ ਗੁਰੂ ਅਰਜਨ ਸਾਹਿਬ ਜੀ ਨੂੰ ਤਪਾਉਣਾ ਚਾਹਿਆ, ਪਰ ਨਹੀਂ ਤਪਾ ਸਕੇ। ਸਾਰੇ ਪਾਸੇ ਅੱਗ ਵਰਸ ਰਹੀ ਸੀ, ਪਰ ਗੁਰੂ ਅਰਜਨ ਸਾਹਿਬ ਜੀ ਉਹਨਾਂ ਗਰਮੀ ਦੇ ਦਿਨਾਂ ਅੰਦਰ ਵੀ ਅਤ ਦੀ ਸੀਤਲਤਾ ਹਿਰਦੇ ਅੰਦਰ ਲੁਕਾਈ ਬੈਠੇ ਸਨ। ਹੁਣ ਜੇ ਅੱਜ ਇਸ ਪੋਹ ਮਹੀਨੇ ਦੀ ਆਰੰਭਤਾ ਹੋਈ ਤੇ ਇਸ ਮਹੀਨੇ ਅੰਦਰ ਅਤ ਦੀ ਸਰਦੀ ਪੈਂਦੀ ਏ। ਹੁਣ ਇਸ ਪੋਹ ਮਹੀਨੇ ਅੰਦਰ ਜਦੋਂ ਆਪਾਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਉਸ ਪਾਵਨ ਇਤਿਹਾਸ ਨੂੰ ਪੜ੍ਹਦੇ ਆਂ ਤੇ ਉਸ ਸਮੇਂ ਸੀਤਲਤਾ ਦਾ ਵੀ ਅਤ ਦਾ ਕਹਿਰ, ਪਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਇਹਨਾਂ ਸਮੇਂ ਦੇ ਹਾਲਾਤਾਂ ਨੂੰ ਦੇਖਦੇ ਹੋਏ ਆਨੰਦਪੁਰ ਸਾਹਿਬ ਦੀ ਧਰਤੀ ਨੂੰ ਛੱਡ ਦਿੰਦੇ ਨੇ। ਉਹ ਚਮਕੌਰ ਦਾ ਜੰਗ ਅਤ ਦੀ ਸਰਦੀ ਦੇ ਅੰਦਰ ਹੋਇਆ। ਛੋਟੇ ਸਾਹਿਬਜ਼ਾਦਿਆਂ ਸੰਬੰਧੀ ਜੇ ਗੱਲ ਸਾਂਝੀ ਕਰੀਏ ਤੇ ਇਸ ਸੀਤਲਤਾ ਦੇ ਇਸ ਪੈਂਦੀ ਹੋਈ ਸਰਦੀ ਦੇ ਦਿਨਾਂ ਅੰਦਰ ਉਹ ਠੰਡੇ ਬੁਰਜ ਦੇ ਅੰਦਰ ਰਾਤਾਂ ਕੱਟ ਗਏ। ਸਾਹਿਬ ਕਹਿਣ ਲੱਗੇ, ਜਪਣ ਵਾਲਿਆਂ ਰੱਬ ਦੇ ਪਿਆਰਿਆਂ ਨੂੰ ਨਾ ਤਾਂ ਗਰਮੀ ਦੁਖੀ ਕਰ ਸਕਦੀ ਏ ਤੇ ਨਾ ਹੀ ਸਰਦੀ ਉਹਨਾਂ ਦਾ ਕੁਝ ਵਿਗਾੜ ਸਕਦੀ ਏ। ਸਾਹਿਬ ਜੀ ਨੇ ਇਹਨਾਂ 12 ਮਾਹ ਦੇ ਬਚਨਾਂ ਦੇ ਅੰਦਰ ਜੋ ਹੋਰ ਗਹਿਰਾਈ ਬਖਸ਼ਿਸ਼ ਕੀਤੀ, ਜਿੰਨੀ ਕੁ ਸਤਿਗੁਰਾਂ ਨੇ ਸਮਝ ਦਿੱਤੀ, ਉਹ ਸਮਝ ਦੇ ਅੰਦਰ ਆਪਾਂ ਵਿਚਾਰਨ ਦਾ ਯਤਨ ਕਰੀਏ। ਸਤਿਗੁਰੂ ਸਾਨੂੰ ਕੀ ਉਪਦੇਸ਼ ਦੇ ਰਹੇ ਨੇ। ਵਿਚਾਰ ਆਰੰਭਨ ਤੋਂ ਪਹਿਲਾਂ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਨੇ ਇਹਨਾਂ ਪਾਵਨ ਬੋਲਾਂ ਦੀ ਆਰੰਭਤਾ ਕੀਤੀ। ਕਹਿ ਲੱਗੇ, ਪੋਖ ਤੋ ਖਾਰ ਨਾ ਵਿਆਪਈ, ਕੰਠ ਮਿਲਿਆ ਖਰ ਨਾ। ਜਿਵੇਂ ਇਸ ਸੀਤਲਤਾ ਨੇ ਬਹੁਤਾਤ ਚੀਜ਼ਾਂ ਨੂੰ ਬਾਹਰ ਸਰਦੀ ਦੇ ਕਾਰਨ ਕਠੋਰ ਕਰ ਦਿੱਤਾ, ਇਸੇ ਤਰ੍ਹਾਂ ਜਦੋਂ ਇਨਸਾਨ ਅਸਲੇ ਦੇ ਨਾਲੋਂ ਟੁੱਟ ਜਾਂਦਾ ਹੈ, ਇਹਨਾਂ ਵਿਕਾਰਾਂ ਦੇ ਅਧੀਨ ਉਹ ਸਮਾਂ ਬਤੀਤ ਕਰਨਾ ਸ਼ੁਰੂ ਕਰ ਦਿੰਦਾ ਹੈ। ਮਾਇਆ ਦੇ ਪਦਾਰਥਾਂ ਦੇ ਅੰਦਰ ਉਸ ਦੀ ਸੁਰਤ ਗਵਾ ਜਾਂਦੀ ਹੈ ਤੇ ਸਾਹਿਬ ਕਹਿਣ ਲੱਗੇ, ਫਿਰ ਇਸ ਤਰ੍ਹਾਂ ਦੇ ਜੀਵ ਅੰਦਰ ਵੀ ਕਠੋਰਤਾ ਪੈਦਾ ਹੋ ਜਾਂਦੀ ਹੈ। ਉਹ ਕਿਸੇ ਦਾ ਭਲਾ ਨਹੀਂ ਕਰ ਸਕਦਾ। ਜਿਸ ਦੇ ਆਪਣੇ ਅੰਦਰ ਵਿਕਾਰਾਂ ਨੇ ਸ਼ੋਰ ਝਗੜਾ ਪਾ ਦਿੱਤਾ, ਆਤ ਦੀ ਕਠੋਰਤਾ ਪੈਦਾ ਕਰ ਦਿੱਤੀ, ਹਿਰਦੇ ਦੇ ਵਿੱਚ ਨਿਮਰਤਾ ਵਾਲੀ ਕੋਈ ਗੱਲ ਨਾ ਰਹੀ। ਸਾਹਿਬ ਕਹਿਣ ਲੱਗੇ, ਕਹੀਏ ਵੀ ਕੀ, ਕਿਉਂਕਿ ਇਸ ਦੇ ਹਿਰਦੇ ਦੇ ਅੰਦਰ ਕਿਤੇ ਇੱਕ ਵਿਕਾਰ ਨਹੀਂ, ਇੱਕ ਚੋਰ ਨਹੀਂ, ਅੰਦਰ ਤਾਂ ਬੇਅੰਤ ਚੋਰਾਂ ਨੇ ਡੇਰਾ ਲਾ ਲਿਆ। ਸਾਹਿਬ ਦੀ ਪਾਵਨ ਬਾਣੀ ਨੂੰ ਜਦੋਂ ਪੜ੍ਹਦੇ ਆਂ ਤੇ ਬਾਬਾ ਫਰੀਦ ਜੀ ਇਸ ਗੱਲ ਦਾ ਜ਼ਿਕਰ ਕਰਦੇ ਨੇ। ਕਹਿਣ ਲੱਗੇ, ਸਰਵਰ ਪੰਖੀ ਹੇਕੜੋ ਫਾਹੀ ਵਾਲ 50, ਇਹ ਤਨ ਲਹਿਰੀ ਗੱਡ ਥਿਆ, ਸੱਚੇ ਤੇਰੀ ਆਸ ਕਿ ਕੱਲੇ ਪੰਜ ਨਹੀਂ। ਅੰਦਰ ਈਰਖਾ ਹੈ, ਦਵੈਸ਼ ਹੈ, ਨਿੰਦਿਆ ਚੁਗਲੀ, ਕਾਮ ਕ੍ਰੋਧ ਲੋਭ ਮੋਹ ਹੰਕਾਰ। ਇਹ ਅਸਲੇ ਤੋਂ ਟੁੱਟ ਕੇ ਸਾਰਾ ਦਿਨ ਬੁਰਾ ਹੀ ਚਿਤਵੀ ਜਾ ਰਿਹਾ ਹੈ। ਅੱਜ ਦਾ ਇਨਸਾਨ ਆਪਣੇ ਦੁੱਖ ਤੋਂ ਦੁਖੀ ਨਹੀਂ, ਇਹ ਦੂਸਰੇ ਦਾ ਸੁੱਖ ਦੇਖ ਦੇਖ ਕੇ ਹੀ ਦੁਖੀ ਹੋਈ ਜਾਂਦਾ ਹੈ। ਭਾਈ ਗੁਰਦਾਸ ਜੀ ਨੇ ਵੀ ਪੰਜਾਂ ਕੁ ਦਾ ਜ਼ਿਕਰ ਕੀਤਾ। ਕਹਿਣ ਲੱਗੇ, ਜਦੋਂ ਮੈਂ ਪਸ਼ੂ ਪੰਛੀਆਂ ਵੱਲ ਦੇਖਦਾ, ਉਹਨਾਂ ਅੰਦਰ ਤਾਂ ਇੱਕ ਇੱਕ ਵਿਕਾਰ, ਪਰ ਇਸ 84 ਦੇ ਸਰਦਾਰ ਦੇ ਅੰਦਰ ਉਹ ਸਾਰੇ ਵਿਕਾਰ ਹੀ ਆ ਕੇ ਡੇਰਾ ਲਾ ਕੇ ਬੈਠ ਗਏ। ਭਾਈ ਗੁਰਦਾਸ ਜੀ ਨੇ ਜਦੋਂ ਫਿਰ ਉਹਨਾਂ ਪਸ਼ੂਆਂ ਪੰਛੀਆਂ ਦਾ ਜ਼ਿਕਰ ਕੀਤਾ, ਸਭ ਤੋਂ ਪਹਿਲਾਂ ਉਹ ਹਾਥੀ ਦੀ ਗੱਲ ਕਰਦੇ ਨੇ। ਕਹਿਣ ਲੱਗੇ, ਹਾਥੀ ਦੇ ਅੰਦਰ ਕਾਮ ਦਾ ਦੋਸ਼, ਇਹ ਰੋਗ, ਬਸ ਇਸੇ ਦੇ ਕਾਰਨ ਉਹ ਮਨੁੱਖ ਦੇ ਅਧੀਨ ਹੋ ਜਾਂਦਾ ਹੈ। ਜੇ ਹਿਰਨ ਨੂੰ ਮਿਰਗ ਨੂੰ ਦੇਖਦੇ ਆ ਤੇ ਉਸ ਨੂੰ ਸੁਣਨ ਦਾ ਰੋਗ, ਉਹ ਸੁਣਨ ਦੇ ਰੋਗ ਇਸ ਦੋਸ਼ ਕਾਰਨ ਮਨੁੱਖ ਦੇ ਅਧੀਨ ਹੋ ਗਿਆ। ਜੇ ਮਛਲੀ ਨੂੰ ਦੇਖਦੇ ਆ ਤੇ ਇਸ ਨੂੰ ਜੇਬਾ ਦਾ ਰੋਗ, ਬਸ ਇਸੇ ਜੇਬਾ ਦੇ ਰੋਗ ਸਵਾਦ ਦੇ ਕਾਰਨ ਉਹ ਵੀ ਮਛਲੀ ਪਕੜੀ ਗਈ ਤੇ ਉਸ ਦੀ ਹਾਲਤ ਕੀ ਬਣੀ।
ਉਸ ਤੋਂ ਬਾਅਦ ਕਹਿਣ ਲੱਗੇ ਪਰਵਾਨਾ ਇੱਕ ਭੰਬਟ ਨੂੰ ਆਪਾਂ ਦੇਖਦੇ ਆਂ, ਇਸ ਨੂੰ ਦੇਖਣ ਦਾ ਰੋਗ, ਕਿਤੇ ਲਾਈਟ ਜਗਦੀ ਕੋਈ ਦੀਵਾ ਬਲਦਾ ਹੋਏ ਇਹ ਉਸੇ ਵਕਤ ਉੱਥੇ ਦੌੜਿਆ ਜਾਂਦਾ ਤੇ ਆਪਣਾ ਇਹ ਅੰਤ ਕਰ ਲੈਂਦਾ ਹੈ। ਉਸ ਤੋਂ ਬਾਅਦ ਭਾਈ ਗੁਰਦਾਸ ਜੀ ਨੇ ਭੌਰੇ ਦੀ ਗੱਲ ਕੀਤੀ। ਭੌਰਾ ਇੱਕ ਫੁੱਲ ਦੇ ਅੰਦਰ ਜਾ ਕੇ ਸੁਗੰਧੀ ਮਾਣਦਾ ਹੈ ਤੇ ਉਸੇ ਸੁਗੰਧੀ ਦੇ ਅੰਦਰ ਹੀ ਉਹ ਜਕੜਿਆ ਜਾਂਦਾ ਹੈ। ਭਾਈ ਗੁਰਦਾਸ ਜੀ ਕਹਿਣ ਲੱਗੇ ਇਹਨਾਂ ਅੰਦਰ ਤਾਂ ਇੱਕ ਇੱਕ ਦੋਸ਼ ਤੇ ਇਹਨਾਂ ਦੀ ਇਹ ਹਾਲਤ ਬਣ ਗਈ, ਐ ਮਨੁੱਖਾ ਤੇਰਾ ਕੀ ਬਣੇਗਾ, ਕਿਉਂਕਿ ਤੇਰੇ ਅੰਦਰ ਤੇ ਔਗਣਾ ਦਾ ਅੰਤ ਹੀ ਕੋਈ ਨਹੀਂ। ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ, ਕਹਿਣ ਲੱਗੇ ਗੱਜ ਮ੍ਰਿਗ ਮੀਨ ਪਤੰਗ ਅਲ ਇਕਤ ਇਕਤ ਰੋਗ ਪਚੰਦੇ, ਮਾਨਸ ਦੇਹੀ ਪੰਜ ਰੋਗ ਪੰਜੇ ਦੂਤ ਅਸੂਤ ਕਰੰਦੇ, ਆਸਾ ਮਨਸਾ ਡਾਇਣੀ ਹਰ ਸੋਗ ਵੋ ਰੋਗ ਵਦੰਦੇ, ਮਨਮੁਖ ਦੂਜੈ ਭਾਏ ਲਗ ਭੰਬਲ ਪੂਸੇ ਖਾਏ ਪਵੰਦੇ। ਕਹਿਣ ਲੱਗੇ ਇਸੇ ਤਰ੍ਹਾਂ ਇਹ ਜੀਵ ਜਿਹੜਾ ਸੀ ਇਹਨਾਂ ਦੇ ਅੰਦਰ ਜਕੜਿਆ ਗਿਆ। ਸਤਿਗੁਰੂ ਦੀ ਜਦੋਂ ਪਾਣੀ ਪਾਵਨ ਬਾਣੀ ਪੜ੍ਹਦੇ ਆ ਤੇ ਸਾਹਿਬ ਨੇ ਉਦੋਂ ਵੀ ਜ਼ਿਕਰ ਕੀਤਾ, ਕਹਿਣ ਲੱਗੇ ਨੈਨੋ ਨੀਂਦ ਪਰ ਦ੍ਰਿਸ਼ਟ ਵਿਕਾਰ, श्रवण सोए सुन निंद विचार, रसना सोई लोभ मीठे साध, मन सोया माया बिस्माद, इस गृह में कोई जागत रहे, साबत वस्तु अपनी लखे। जेड़ा अंदरों जाग गया, कठोरता नू त्याग गया, विकारां नू त्याग गया, साहब कहन लगे वो सही सलामत रब दे घर दे अंदर मिली हुई रास पूंजी नू सफलियां करके वापस मोड़ सकदा है। समझ ए किसे किसे नू पई कि इस देही अंदर पंच चोर वसै, काम क्रोध लोभ मोह हंकारा, अमृत लुटै मनमुख नहीं बूझै, कोई ना सुने पुकारा। साहब कहन लगे इसे तरह बहुतात ए मनुखता इन्हां विकारां दे अधीन होके एक दूसरे दा बुरा चितव गई, इसे करके संसार अंदर शांति नहीं बनदी। हर रब दे प्यारे जेड़े हन ओ इसे दुनिया अंदर कारोबार करदे कोई ओ बेगमपुरे दे वासी बन जांदे ने। उन्हां उपर दुख आ जाए सुख आ जाए ओ कहंदे ने केतियां दुख भूख सदमार, ए पे दाग तेरी दा तार। जां साहब कहन लगे उन्हां दी अवस्था बन जांदी है, जे सुख दे तां तुझे आराधी, दुख पी तुझे ध्याई, जे भुख दे तां इत ही राजां दुख विच सूख मनाई, तन मन काट काट सब अर्पी, विच अग्नि आप जलाई, पखा फेरी पानी ढोवा, जो देवे सो खाए, नानक गरीब ढह पया दुआरै, हर मेल लेहो वडियाई। मैं तेरी शरण अंदर आ गया, मेरे ऊपर मेरे मालिक कृपा बख्शिश कर दे। साहब कहन लगे जेड़े आपा भाव खत्म कर गए, हौमे नू विकारां नू त्याग गए, किसे चंगे दी जां गुरु दी संगत कर गए, फिर उन्हां दी ए अवस्था बन जांदी है। भोख तो खार ना व्यापई, कंठ मिलिया खरना, जदों गुरु नाल परमेश्वर नाल सांझ बन गई, फिर वो कारोबार करदे कोई जीवन नू सुचज्जा बना गए। ये नहीं कि वो सब कुछ त्याग के पासे होए ते तां जाके उन्हां नू मालक मिलिया। साहब कहन लगे नहीं, तिनका खादा पैदा माया सब पवित्र है, जो नाम हर राते, तिनके घर मंदिर महल सराई सब पवित्र है, जिन्हें गुरमुख सेवक सिख अभ्यागत जाए बरसाते, तिनके तुरे जीन खुरगीर सब पवित्र है, जिन्हें गुरमुख सिख संत साध चढ़ जाते, तिनके कर्म धर्म कार्य सब पवित्र है, जो बोले खर खर राम नाम कर साते। साहब कहन लगे उन्हां दा आया संसार दे अंदर सफला हो जांदा है। साहब जी ने जो फिर अगे बख्शिश कीते, कहन लगे मन बेदिया चरनार बिंद, दर्शन लगड़ा सा, उन्हां दा मन कारोबार करदियां होयां भी नामा कहे तिलोचना, मुख ते राम संभाल, हाथ पांव कर काम सब चीत निरंजन नाल। उन्हां दा मन परमात्मा दी याद दे अंदर जुड़िया रहिंदा है। भगत नामदेव जी ने कुछ होर भी उदाहरणां दित्तियां। कहन लगे आ नीले कागद काटीले गूढ़ी, आकाश मदे भरमीयले, पंच जना स्यों बात बतौआ, चीत सो डोरी राखियले, मन राम नामा बेदियले, जैसे कनक कलाचित मांडियले। कि जिवें एक सुनियारा वीर दुकान ते अपना काम करदा है ते ग्राहक आउंदे ने, ओ आए हुए ग्राहक दे नाल उस कस्टमर दे नाल गल्लां बातां भी साझियां करी जांदा है ते अपना काम भी करी जांदा है।
ਭਗਤ ਨਾਮਦੇਵ ਜੀ ਨੇ ਉਦਾਹਰਨ ਦਿੱਤੇ ਕਿ ਕਹਿਣ ਲੱਗੇ ਜਦੋਂ ਬੱਚੇ ਖੇਡਣ ਵਾਸਤੇ ਮਕਾਨ ਦੀ ਛੱਤ ਤੇ ਚੜ ਜਾਂਦੇ ਨੇ, ਪਤੰਗ ਉਡਾਉਣ ਦੀ ਕੋਸ਼ਿਸ਼ ਕਰਦੇ ਨੇ, ਗੁੱਡੀ ਉਡਾਉਣ ਦੀ ਕੋਸ਼ਿਸ਼ ਕਰਦੇ ਨੇ, ਤੇ ਉਸ ਵਕਤ ਆਕਾਸ਼ ਵੱਲ ਉਹ ਚੜਦੀ ਹੋਈ ਗੁੱਡੀ, ਉਹ ਚੜਦਾ ਹੋਇਆ ਪਤੰਗ, ਬਸ ਸੁਰਤ ਉਸ ਵੱਲ ਜੋੜੀ ਹੋਈ ਏ, ਤੇ ਨਾਲ ਦੇ ਉਹ ਪੰਚ ਜਨ ਉਹਨਾਂ ਬੱਚਿਆਂ ਦੇ ਨਾਲ ਵੀ ਗੱਲਾਂ ਬਾਤਾਂ ਕਰੀ ਜਾਂਦੇ ਨੇ। ਸਹਿਬ ਕਹਿਣ ਲੱਗੇ ਬਸ ਇਸੇ ਤਰ੍ਹਾਂ ਸਾਰਾ ਕਾਰੋਬਾਰ ਕਰਦਿਆਂ, ਮਾਇਆ ਅੰਦਰ ਰਹਿੰਦਿਆਂ, ਜ਼ਿੰਮੇਵਾਰੀ ਨੂੰ ਸੰਭਾਲਦਿਆਂ ਹੋਇਆਂ, ਜੇ ਤੂੰ ਕਰਤੇ ਦੀ ਇਸ ਵਿਚਾਰ ਨੂੰ ਅੰਦਰ ਥਾਂ ਦੇ ਦੇ, ਤੇ ਸਹਿਬ ਕਹਿਣ ਲੱਗੇ ਕੁਝ ਵੀ ਤਿਆਗਣਾ ਨਹੀਂ ਪੈਣਾ, ਜੀਵਨ ਤੇਰਾ ਸਫਲ ਹੋ ਜਾਏਗਾ। ਸਹਿਬ ਨੇ ਜੋ ਜ਼ਿਕਰ ਕੀਤਾ, ਮਨ ਵੇਦਿਆ ਚਰਨਾਰ ਬਿੰਦ, ਦਰਸ਼ਨ ਲਗੜਾ ਸਾ, ਜਦੋਂ ਮਾਲਕ ਦੇ ਨਾਲ ਇੱਕ ਇੱਕ ਸਵਾਸ ਨੂੰ ਜੋੜ ਲਿਆ, ਤੇ ਸਹਿਬ ਕਹਿਣ ਲੱਗੇ ਫਿਰ ਇਸ ਕੁਦਰਤ ਦੇ ਅੰਦਰ, ਕਾਇਨਾਤ ਦੇ ਅੰਦਰ ਹੀ ਮਾਲਕ ਦੇ ਦੀਦਾਰ, ਤੇ ਉਸ ਦਾ ਚਿੱਤ ਜਿਹੜਾ ਹੈ ਸਦਾ ਕਰਤੇ ਦੀ ਯਾਦ ਦੇ ਅੰਦਰ ਜੁੜਿਆ ਰਹਿੰਦਾ ਹੈ। ਸਹਿਬ ਨੇ ਹੋਰ ਵੀ ਜ਼ਿਕਰ ਕੀਤਾ, ਕਹਿਣ ਲੱਗੇ ਭਵਰ ਤੁਮਾਰਾ ਇਹ ਮਨ ਹੋਵੋ, ਇਹ ਤੇਰਾ ਮਨ ਕਿਤੇ ਭੌਰਾ ਬਣ ਜਾਏ, ਤੇ ਮਾਲਕ ਦੀ ਇਹ ਵਿਚਾਰ ਧਾਰਾ ਕਿਤੇ ਕਮਲ ਦਾ ਫੁੱਲ ਬਣ ਜਾਏ। ਉਹ ਪਹਿਲਾਂ ਹੀ ਕਮਲ ਦਾ ਫੁੱਲ ਹੈ, ਪਰ ਉਸ ਵੱਲ ਕਿਤੇ ਤੁਰਨ ਦਾ ਯਤਨ ਤਾਂ ਕਰੇ। ਭਵਰ ਤੁਮਾਰਾ ਇਹ ਮਨ ਹੋਵੋ, ਹਰ ਚਰਣਾ ਹੋ ਕੌਲਾ, ਨਾਨਕ ਦਾਸ ਉਨ ਸੰਗ ਲਪਟਾਇਓ, ਜਿਉ ਬੂੰਦੈ ਚਾਤਰਿਕ ਮੌਲਾ। ਸਹਿਬ ਕਹਿਣ ਲੱਗੇ ਤੇਰੀ ਜੀਵਨ ਯਾਤਰਾ, ਤੇਰਾ ਜੀਵਨ ਸੁਚੱਜਾ ਹੋ ਸਕਦਾ ਹੈ ਜਦੋਂ ਗੁਰੂ ਦੇ ਨਾਲ ਆਪਣੀ ਸੁਰਤ ਨੂੰ ਜੋੜ ਲੇਗਾ। ਫਿਰ ਅੱਗੇ ਸਹਿਬ ਜ਼ਿਕਰ ਕਰ ਰਹੇ ਨੇ, ਓਟ ਗੋਵਿੰਦ ਗੋਪਾਲ ਰਾਏ, ਸੇਵਾ ਸੁਆਮੀ ਲਾ, ਜਿਨ੍ਹਾਂ ਨੇ ਸੇਵਾ ਕੀਤੀ, ਭਾਵੇਂ ਗੁਰੂ ਘਰ ਦੇ ਅੰਦਰ ਸੇਵਾ ਕੀਤੀ, ਭਾਵੇਂ ਉਹਨਾਂ ਨੇ ਮਨੁੱਖਤਾ ਦੀ ਕਿਤੇ ਸੇਵਾ ਕੀਤੀ। ਸਹਿਬ ਕਹਿਣ ਲੱਗੇ ਸਭ ਕੁਝ ਤਾਂ ਹੀ ਹੋਇਆ ਕਿਉਂਕਿ ਜਦੋਂ ਓਟ ਇੱਕ ਦੀ ਲੈ ਲਈ, ਜੇ ਓਟ ਕਈਆਂ ਦੀ ਲੈ ਲਈਏ ਤੇ ਕੋਈ ਕੁਝ ਕਹੇਗਾ, ਕੋਈ ਕੁਝ ਕਹੇਗਾ, ਸਮਝ ਹੀ ਕੋਈ ਨਹੀਂ ਪੈਣੀ ਕਿ ਸੇਵਾ ਕਰਨੀ ਕਿੱਥੇ ਹੈ, ਦਾਨ ਪੁੰਨ ਕਰਨਾ ਕਿੱਥੇ ਹੈ। ਇਸੇ ਕਰਕੇ ਤੇ ਸਹਿਬ ਕਹਿਣ ਲੱਗੇ ਅਕਲੀ ਸਹਿਬ ਸੇਵੀਐ, ਅਕਲੀ ਪਾਈਐ ਮਾਨ, ਅਕਲੀ ਪੜ ਕੇ ਬੁਝੀਐ, ਅਕਲੀ ਕੀਚੈ ਦਾਨ। ਤੇ ਉਹ ਅਕਲ ਤਾਂ ਹੀ ਆਏਗੀ ਜੇ ਓਟ ਆਪਾਂ ਇੱਕ ਦੀ ਲੈ ਲਵਾਂਗੇ। ਸਹਿਬ ਨੇ ਪਾਵਨ ਬਾਣੀ ਅੰਦਰ ਬੋਲ ਸਾਂਝੇ ਕੀਤੇ, ਕਹਿਣ ਲੱਗੇ ਜਿਨ੍ਹਾਂ ਨੂੰ ਓਟ ਇੱਕ ਦੀ ਬਣ ਗਈ, ਤੂੰ ਮੇਰ ਪਰਬਤ ਸੁਆਮੀ, ਓਟ ਗਹੀ ਮੈਂ ਤੇਰੀ, ਨਾ ਤੁਮ ਡੋਲੋ ਨਾ ਹਮ ਗਿਰਤੇ, ਰੱਖ ਲੀਨੀ ਖਰ ਮੇਰੀ, ਅਬ ਤਬ ਜਬ ਕਬ ਤੂੰ ਹੀ ਹਮ ਤੋਂ ਪ੍ਰਸਾਦ ਸੁਖੀ ਸਦਗੇ। ਜਿਨ੍ਹਾਂ ਓਟ ਇੱਕ ਦੀ ਲੈ ਲਈ ਉਹ ਸਦੀਵ ਕਾਲ ਲਈ ਸੁਖੀ ਹੋ ਜਾਂਦੇ ਨੇ। ਬਾਬਾ ਅਮਰਦਾਸ ਕਦੀ ਇਸ ਘਰ ਅੰਦਰ ਆਉਣ ਤੋਂ ਪਹਿਲਾਂ ਬੜੀਆਂ ਓਟਾਂ ਲੈਂਦੇ ਨੇ। ਉਹ ਹਰਿਦੁਆਰ ਜਾ ਕੇ ਦਾਨ ਪੁੰਨ ਕਰਦੇ ਨੇ, ਗੰਗਾ ਮਈਆ ਦੀ ਸਿਫਤ ਕਰਦੇ ਨੇ। ਇੰਨੇ ਸਾਲਾਂ ਦੇ ਅੰਦਰ ਵੀ ਜੀਵਨ ਅੰਦਰ ਕ੍ਰਾਂਤੀ ਨਹੀਂ ਆਈ। ਜਦੋਂ ਇਸ ਘਰ ਅੰਦਰ ਆ ਕੇ ਉਹਨਾਂ ਨੇ ਸੇਵਾਵਾਂ ਕੀਤੀਆਂ, 12 ਸਾਲ ਖਡੂਰ ਸਾਹਿਬ ਦੀ ਧਰਤੀ ਤੇ ਵਿਚਰਦੇ ਨੇ ਤੇ ਇਸ ਘਰ ਵਿੱਚੋਂ ਮਾਣ ਸਤਿਕਾਰ ਪਾ ਲੈਂਦੇ ਨੇ, ਛਤਰ ਸਿੰਘਾਸਨ ਦੇ ਮਾਲਕ ਬਣ ਜਾਂਦੇ ਨੇ। ਤੇ ਹੁਣ ਭੱਟ ਸਾਹਿਬਾਨ ਕਹਿੰਦੇ ਓਟ ਇੱਕ ਦੀ ਲੈ ਲਈ। ਹੁਣ ਬਾਬਾ ਅਮਰਦਾਸ ਜਿਸ ਪਾਸੇ ਵੱਲ ਵੀ ਚੱਲਦੇ ਹੋ ਗੱਲ ਹੀ ਇੱਕ ਦੀ ਕਰਦੇ ਹੋ। ਜੇ ਸੇਵਾ ਕਰਦੇ ਹੋ ਤਾਂ ਵੀ ਇੱਕ ਦੀ ਕਰਦੇ ਹੋ, ਜੇ ਕੁਝ ਪੜ੍ਹਦੇ ਹੋ ਤਾਂ ਵੀ ਇੱਕ ਸੰਬੰਧੀ ਪੜ੍ਹਦੇ ਹੋ, ਜੇ ਕੁਝ ਬੋਲਦੇ ਹੋ ਤਾਂ ਇੱਕ ਦੀ ਗੱਲ ਕਰਦੇ ਹੋ, ਜੇ ਇਸ ਮਨੁੱਖਤਾ ਅੰਦਰ ਦੇਖਦੇ ਹੋ ਤਾਂ ਇੱਕ ਦੀ ਗੱਲ। ਇਥੋਂ ਤੱਕ ਬਾਬਾ ਅਮਰਦਾਸ ਜੇ ਰਾਤ ਦੇ ਸਮੇਂ ਕਿਤੇ ਤੁਸੀਂ ਸੌਂਦੇ ਹੋ ਸਰੀਰਕ ਤੌਰ ਤੇ, ਤੁਹਾਨੂੰ ਤੇ ਸੁਪਨਾ ਵੀ ਇੱਕ ਦਾ ਹੀ ਆਉਂਦਾ ਹੋਏਗਾ। ਤੈਂ ਪੜਿਓ ਇੱਕ, ਮਨ ਧਰਿਓ ਇੱਕ, ਕਰ ਇੱਕ ਪਛਾਣਿਓ, ਨੈਣ ਬੈਨ ਨੂੰ ਇੱਕ ਇੱਕ ਦੋਇ ਠਾਏ ਨਾ ਜਾਣਿਓ, ਸੁਪਨ ਇੱਕ ਪ੍ਰਤੱਖ ਇੱਕ ਇੱਕ ਸਮੇਂ ਲੀਣੋ। ਤੂੰ ਇੱਕ ਦੇ ਅੰਦਰ ਲੀਨ ਹੋ ਗਿਆ ਕਿਉਂਕਿ ਓਟ ਇੱਕ ਦੀ ਲੈ ਲਈ। ਸਾਹਿਬ ਕਹਿਣ ਲੱਗੇ ਜਿਨ੍ਹਾਂ ਨੇ ਓਟ ਇੱਕ ਦੀ ਲੈ ਲਈ, ਸੇਵਾ ਕਰਨ ਲੱਗ ਗਏ, ਫਿਰ ਉਹਨਾਂ ਦਾ ਜੀਵਨ ਆਨੰਦਮਈ ਬਣਦਾ ਜਾਂਦਾ ਹੈ। ਓਟ ਗੋਵਿੰਦ ਗੋਪਾਲ ਰਾਏ, ਸੇਵਾ ਸੁਆਮੀ ਲਾ, ਵਿਖਿਆ ਪੋ ਨਾ ਸਕਈ ਮਿਲ ਸਾਧੂ ਗੁਣ ਗਾ। ਫਿਰ ਉਹਨਾਂ ਨੂੰ ਵਿਖਿਆ, ਉਹਨਾਂ ਨੂੰ ਵਿਕਾਰ, ਉਹਨਾਂ ਦੇ ਹਿਰਦੇ ਅੰਦਰੋਂ ਕਠੋਰਤਾ ਚਲੀ ਜਾਂਦੀ ਏ। ਉਹਨਾਂ ਉੱਪਰ ਮਾਇਆ ਪ੍ਰਭਾਵ ਨਹੀਂ ਪਾ ਸਕਦੀ, ਮਾਇਆ ਵਰਤਨ ਦੀ ਜੁਗਤੀ ਆ ਗਈ। ਵਿਖਿਆ ਪੋ ਨਾ ਸਕਈ ਮਿਲ ਸਾਧੂ ਗੁਣ ਗਾ। ਸਾਹਿਬ ਕਹਿਣ ਲੱਗੇ ਹੈ ਤਾਂ ਸਭ ਕੁਝ ਹੀ ਮਾਇਆ ਸੀ, ਅਸੀਂ ਬਹੁਤਾਤ ਕਰੰਸੀ ਨੂੰ ਮਾਇਆ ਕਹਿ ਦਿੱਤਾ। ਪਰ ਸਤਿਗੁਰੂ ਕਹਿਣ ਲੱਗੇ ਕਬੀਰ ਆਈ ਮੁਝੇ ਪੈ,
अनक करे कर भेष, हम राखे गुर अपने उन कीनो आदेश। सानू गुरु ने रख लिया। कदी ए इस्त्री दे रूप अंदर साडे सामने माया आई, कदी संतान दे रूप अंदर साडे सामने आई, कदी मां बाप दे रूप अंदर, संबंधियां मित्रां दोस्तां दे रूप अंदर आए। पर सानू समझ पै गई ये जिम्मेवारियां सारियां असीं निभाउंदियां होइयां इस माया तो ऊपर उठ के जैसे जल में कमल निरालम मुरगाई ने साणे, सुरत शब्द भव सागर तरिए, नानक नाम वखाणे, विखिया पो न सकई मिल साधु गुण गा। ਜਦੋਂ ਗੁਰੂ ਨੂੰ ਮਿਲ ਕੇ ਅਸੀਂ ਰੱਬ ਦੇ ਗੁਣ ਗਾਏ ਤੇ ਇਹ ਮਾਇਆ ਵਰਤਨ ਦੀ ਜੁਗਤੀ ਸਾਨੂੰ ਆ ਗਈ। ਇਸ ਮਹੀਨੇ ਅੰਦਰ ਜਦੋਂ ਆਪਾਂ ਇਤਿਹਾਸ ਨੂੰ ਪੜਾਂਗੇ, ਮਾਤਾ ਗੁਜਰ ਕੌਰ ਜਦੋਂ ਬੱਚਿਆਂ ਨੂੰ ਲੈ ਕੇ ਚੱਲਦੇ ਨੇ ਤੇ ਇਤਿਹਾਸ ਕਹਿੰਦਾ ਹੈ ਕਿ ਉਹਨਾਂ ਨੇ ਵੀ ਆਪਣੇ ਕੋਲ ਇੱਕ ਮਾਇਆ ਦੀ ਪੋਟਲੀ ਲੈ ਲਈ। ਇਹ ਵੱਖਰੀ ਗੱਲ ਹੈ ਕਿ ਅੱਗੇ ਜਾ ਕੇ ਗੰਗੂ ਵਰਗਾ ਬੇਈਮਾਨ ਹੋ ਜਾਂਦਾ ਹੈ, ਪਰ ਧਨ ਵਰਤਨ ਦੀ ਜੁਗਤੀ ਸਤਿਗੁਰੂ ਸਿਖਾ ਰਹੇ ਨੇ, ਗੁਰੂ ਦਾ ਘਰ ਸਿਖਾ ਰਿਹਾ ਹੈ ਕਿ ਮਾਇਆ ਤੋਂ ਬਿਨਾ ਕੋਈ ਕੰਮ ਨਹੀਂ ਹੋਣਾ। ਇਸ ਕਰਕੇ ਮਾਤਾ ਗੁਜਰ ਕੌਰ ਨੇ ਵੀ ਆਪਣੇ ਕੋਲ ਮਾਇਆ ਦੀ ਥੈਲੀ ਲੈ ਲਈ, ਕਿਉਂਕਿ ਉਹਨਾਂ ਨੂੰ ਮਾਇਆ ਵਰਤਣੀ ਆਉਂਦੀ ਏ। ਇਹ ਮਾਇਆ ਉਹਨਾਂ ਦੇ ਸਿਰ ਉੱਪਰ ਚੜ ਕੇ ਹਾਵੀ ਨਹੀਂ ਹੁੰਦੀ। ਖੈਰ ਕਹਿਣ ਲੱਗੇ ਵਿਖਿਆ ਪੋ ਨਾ ਸਕਈ ਮਿਲ ਸਾਧੂ ਗੁਣ ਗਾ, ਜੈ ਤੇ ਉਪਜੀ ਤਹਿ ਮਿਲੀ ਸੱਚੀ ਪ੍ਰੀਤ ਸਮਾ। ਫਿਰ ਜਿੱਥੋਂ ਇਹ ਜੀਵ ਆਪਣੇ ਕੀਤੇ ਹੋਏ ਕਰਮਾਂ ਕਰਕੇ ਵਿਛੋੜਾ ਪਾ ਗਿਆ ਸੀ, ਜਦੋਂ ਇਹ ਗੁਰੂ ਨਾਲ ਜੁੜ ਗਿਆ, ਇਹ ਅਰਦਾਸ ਬੇਨਤੀ ਹੁਣ ਕਰਦਾ ਰਿਹਾ ਕਿ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ, ਚਾਰ ਕੁੰਟ ਦੇ ਦਿਸ ਭ੍ਰਮੇ ਥੱਕ ਆਏ, ਪ੍ਰਭ ਕੀ ਸ਼ਾਮ। ਜਦੋਂ ਤੇਰੀ ਸ਼ਰਨ ਅੰਦਰ ਆ ਗਏ, ਜੈ ਤੇ ਉਪਜੀ ਤਹਿ ਮਿਲੀ ਸੱਚੀ ਪ੍ਰੀਤ ਸਮਾ। ਜਿੱਥੋਂ ਵਿਛੜੇ ਸਾਂ ਅਸੀਂ ਗੁਰੂ ਕੀ ਬਾਣੀ ਨੂੰ ਪੜ੍ਹ ਕੇ ਉੱਥੇ ਹੀ ਮਿਲਾਪ ਹਾਸਲ ਕਰ ਲਿਆ। ਨੌਵੇਂ ਗੁਰਦੇਵ ਬਚਨ ਕਰਦੇ ਨੇ, ਗੁਰ ਕਿਰਪਾ ਜੇ ਨਰ ਕੋ ਕੀਨੀ ਤੇ ਇਹ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਣੀ ਸੰਗ ਪਾਣੀ। ਜਿਵੇਂ ਪਾਣੀ ਵਿੱਚ ਪਾਣੀ ਫਿਰ ਮਿਲ ਜਾਂਦਾ ਹੈ, ਇਸੇ ਤਰ੍ਹਾਂ ਇਹ ਆਤਮਾ ਉੱਥੇ ਹੀ ਗੁਰੂ ਕੀ ਵਿਚਾਰ ਨੂੰ ਪੜ੍ਹ ਕੇ ਜਪ ਕੇ ਜ਼ਿੰਮੇਵਾਰੀਆਂ ਸਾਰੀਆਂ ਨਿਭਾਉਂਦਿਆਂ, ਕਿਰਤ ਕਰੋ ਨਾਮ ਜਪੋ ਵੰਡ ਛਕੋ ਦੇ ਸਿਧਾਂਤ ਤੇ ਚੱਲਦਿਆਂ ਅੱਜ ਜਿਉਂਦੇ ਜੀ, ਮਰਨ ਤੋਂ ਬਾਅਦ ਸਾਹਿਬ ਦਾ ਘਰ ਸਾਨੂੰ ਕੋਈ ਲਾਰਾ ਨਹੀਂ ਲਾਉਂਦਾ, ਜਿਉਂਦੇ ਜੀ ਉਹ ਆਤਮਾ ਇੱਕਮਿਕ ਹੋ ਗਈ। ਜੈ ਤੇ ਉਪਜੀ ਤਹਿ ਮਿਲੀ ਸੱਚੀ ਪ੍ਰੀਤ ਸਮਾ, ਕਰ ਕੈ ਲੀਨੀ ਪਾਰ ਬ੍ਰਹਮ ਬਹੁੜ ਨ ਵਿਛੜੀਆਂ। ਸਾਹਿਬ ਕਹਿਣ ਲੱਗੇ ਜਿਸ ਦਾ ਹੱਥ ਮਾਲਕ ਫੜ ਲਏ ਫਿਰ ਉਹ ਨਹੀਂ ਵਿਛੜਦੀਆਂ, ਕਿਉਂਕਿ ਖੱਤ ਫੜਨ ਦੀਆਂ ਵੀ ਦੋ ਜੁਗਤੀਆਂ ਸਾਹਮਣੇ ਆਉਂਦੀਆਂ ਨੇ। ਜਿਵੇਂ ਆਪਾਂ ਬੱਚੇ ਦਾ ਹੱਥ ਫੜ ਲਈਏ ਤੇ ਉਹ ਬੱਚਾ ਛੁੱਟ ਨਹੀਂ ਸਕਦਾ, ਤੇ ਜੇ ਬੱਚਾ ਕਿਤੇ ਸਾਡਾ ਹੱਥ ਫੜ ਲਏ, ਭੀੜ ਅੰਦਰ ਧੱਕਾ ਵੱਜੇ ਤਾਂ ਉਹ ਬੱਚਾ ਛੁੱਟ ਸਕਦਾ ਹੈ। ਸਾਹਿਬ ਨੇ ਇਹ ਨਹੀਂ ਕਿਹਾ ਕਿ ਤੂੰ ਮੇਰਾ ਹੱਥ ਫੜ ਲੈ, ਕਹਿਣ ਲੱਗੇ ਨਹੀਂ, ਮੈਂ ਆਪਣਾ ਹੱਥ ਤੈਨੂੰ ਫੜਾ ਰਿਹਾ, ਕਰ ਗਹਿ ਲੀਨੀ ਪਾਰ ਬ੍ਰਹਮ ਬਹੁੜ ਨ ਵਿਛੜੀਆਂ। ਦੁਨੀਆ ਦੇ ਰਿਸ਼ਤੇ ਜਿਹੜੇ ਹਨ ਉਹ ਇੱਕ ਦਿਨ ਵਿਛੜ ਜਾਂਦੇ ਨੇ। ਜੇ ਮਿਲਾਪ ਹੋਇਆ ਹੈ ਭੈਣਾ ਭਰਾਵਾਂ ਦਾ, ਮਾਤਾ ਪਿਤਾ ਦਾ, ਸਕੇ ਸੰਬੰਧੀਆਂ ਦਾ, ਤੇ ਇਹ ਸਦਾ ਰਹਿਣ ਵਾਲਾ ਨਹੀਂ। ਜਾਂ ਇਹ ਸਾਨੂੰ ਵਿਛੋੜਾ ਦੇ ਜਾਂਦੇ ਨੇ ਜਾਂ ਅਸੀਂ ਇਹਨਾਂ ਨੂੰ ਵਿਛੋੜਾ ਦੇ ਜਾਂਦੇ ਆ, ਪਰ ਰੱਬ ਦਾ ਵਿਛੋੜਾ ਕਦੀ ਨਹੀਂ ਪੈਂਦਾ। ਕਰ ਗਏ ਲੀਨੀ ਪਾਰ ਬ੍ਰਹਮ ਬਹੁੜ ਨ ਵਿਛੜੀਆਂ। ਉਹ ਸਦੀਵ ਕਾਲੀ ਮਾਲਕ ਦੇ ਨਾਲ ਇੱਕਮਿਕ ਹੋ ਗਈਆਂ। ਸਾਹਿਬ ਨੇ ਪਾਵਨ ਬਾਣੀ ਅੰਦਰ ਵੀ ਇਸ ਦਾ ਜ਼ਿਕਰ ਕੀਤਾ, ਅਗਨ ਸਾਗਰ ਬੂਡਤ ਸੰਸਾਰਾ, ਨਾਨਕ ਬਾਹ ਪਕੜ ਸਤਿਗੁਰ ਨਿਸਤਾਰਾ। ਜਦੋਂ ਗੁਰੂ ਬਾਹ ਫੜ ਲੈਂਦਾ ਫਿਰ ਗੁਰੂ ਛੱਡਦਾ ਨਹੀਂ। ਸਾਹਿਬ ਕਹਿਣ ਲੱਗੇ ਕਰ ਕੇ ਲੀਨੀ ਪਾਰ ਬ੍ਰਹਮ ਬਹੁੜ ਨ ਵਿਛੜਿਆ, ਬਾਰ ਜਾਓ ਲੱਖ ਬੇਰੀਆ, ਹਰ ਸੱਜਣ ਅਗੰਮ ਅਗਾ। ਐਸੇ ਸੱਜਣ ਤੋਂ ਮੈਂ ਵਾਰ ਨੇ ਬਲਿਖਾਰ ਨੇ ਜਾਵਾਂ, ਕਿਉਂਕਿ ਉਸ ਸੱਜਣ ਨੇ ਮੇਰਾ ਕਰਤੇ ਨਾਲ ਮਿਲਾਪ ਕਰਾ ਦਿੱਤਾ। ਜਿਵੇਂ ਦੁਨੀਆ ਦੇ ਅੰਦਰ ਕੋਈ ਵਿਚੋਲਾ ਰਿਸ਼ਤਾ ਜੋੜ ਦਿੰਦਾ ਹੈ ਤੇ ਆਪਾਂ ਉਸ ਦਾ ਬੜਾ ਧੰਨਵਾਦ ਕਰਦੇ ਆਂ, ਤੇ ਇਹ ਵੀ ਗੁਰੂ ਦਰਗਾਹ ਕਾ ਬਸੀਠ ਹੈ, ਉਹ ਸਾਨੂੰ ਕਰਤੇ ਨਾਲ ਮਿਲਾ ਦਿੰਦਾ ਹੈ। ਤੇ ਸਾਹਿਬ ਕਹਿਣ ਲੱਗੇ ਫਿਰ ਐਸੇ ਪਿਆਰੇ ਤੋਂ ਬਲਿਖਾਰ ਨੇ ਜਾਣਾ ਚਾਹੀਦਾ ਹੈ। ਤੇ ਸਤਿਗੁਰੂ ਤਾਂ ਇਥੋਂ ਤੱਕ ਕਹਿਣ ਲੱਗੇ ਜਿਹੜਾ ਜਪਣ ਲੱਗ ਗਿਆ ਮੈਂ ਉਸ ਤੋਂ ਵੀ ਬਲਿਖਾਰ ਜਾਣਾ। ਜੋ ਜਨ ਲੇ ਖਸਮ ਕਾ ਨਾਉ ਤਿਨ ਕੈ ਸਦ ਬਲਿਖਾਰੇ ਜਾਉ। ਸਾਹਿਬ ਕਹਿਣ ਲੱਗੇ ਮੈਂ ਉਸ ਤੋਂ ਬਲਿਖਾਰੇ ਜਾਣਾ ਹਾਂ। ਸਾਹਿਬ ਨੇ ਹੋਰ ਵੀ ਜ਼ਿਕਰ ਕੀਤਾ, ਬਲਿਖਾਰੀ ਗੁਰ ਆਪਣੇ ਦਿਓ ਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ।
जिसने तेरा दीपक मानो सुरत दा जगा दिता, उस गुरु तो वार ने बलिहार ने जा, जिसने मानो तेनू देवता बना दिता, जिसने तेरे ऊपर इन्नी बख्शिश रहमत करके तेरा अंदर दा दीपक जगा दिता। बाहर जाऊं लख बेरिया, हर सज्जन अगम अगा, शर्म पई नारायण नानक दर पईया। जदों एक दे बन जाइए फिर मालक नूं शर्म आ जांदी है, तरस आ जांदा है। जिवें किसे द्वारे ते आके भिखारी वार वार मंगी जाए, वो अगे तुरे ही ना, ते जिन्नी देर उथों कुछ मिलदा नहीं उत्थे ही पुकार करी जाए, ते फिर कई बार घरदियां नूं तरस आ जांदा है। उस तरस दे कारण फिर उस आए होए भिखारी दी ओ परिवार लोड़ पूरी कर दिंदे ने। इसे तरह जदों आपां एक दे द्वारे ते डिग पैने आ कि मेरे मालिक सगल द्वार को छाड़ के गयो तुहारो द्वार, बां गए की लाज अस गोबिंद दास तुहार। असी तेरे दर ते आन डिगे खां, शर्म पई नारायण नानक दर पईया। जिवें साहब कहन लगे कहो नानक हम नीच करमा, शरण परे की राखो शर्मा। साडे औगणा वल ना देखी, क्योंकि जे साडे तू औगण देखन लग गया फिर नहीं असी छुट सकदे। हूँ अपराधी गुनाहगार हूँ बेमुख मंदा, चोर यार जुआर हो पर कर जो हंदा। निंदक दुष्ट हराम खोर ठग देश ठगंदा, काम क्रोध मद लो मोह अहंकार करंदा। विश्वास घाती अकिरत कण मैं को ना रखंदा, सिमर मुरीदा ढाडियां सतगुर बख्शंदा। जदों गुरु नूं चेते कर लईए ते गुरु फिर साहब कहन लगे बख्श लैंदा कै। इस घर दा सुभाअ ही ऐसा है जो शरण आवे, जिहड़ा निमरता अंदर झुके आ जाए उसकी कठोरता नूं गुरु कढ दिंदा है। साहब कहन लगे इस घर दे अंदर जो शरण आवे तिस कंठ लावे, ये बिरध सुआमी संदा, ये मालक परमेश्वर दा सुभाअ है। ਉਹ ਤੈਨੂੰ ਵਿਛੜੇ ਨੂੰ ਗੁਰੂ ਦੇ ਨਾਲ ਮਿਲਾਉਂਦਿਆਂ ਪਰਮਾਤਮਾ ਦੇ ਨਾਲ ਜੋੜ ਦਿੰਦਾ ਹੈ। ਸਤਿਗੁਰੂ ਕਿਰਪਾ ਕਰਨ। ਜੇ ਆਪਾਂ ਗੁਰੂ ਦੀ ਸ਼ਰਨ ਅੰਦਰ ਆਏ ਆ, ਕੱਲੇ ਦੁਨਿਆਵੀ ਪਦਾਰਥਾਂ ਤੱਕ ਹੀ ਸੀਮਤ ਨਾ ਰਹਿ ਜਾਈਏ, ਇਹਨਾਂ ਪਦਾਰਥਾਂ ਤੋਂ ਅੱਗੇ ਵੀ ਆਪਾਂ ਤੁਰਨ ਦਾ ਯਤਨ ਕਰੀਏ। ਬਚਨ ਭਾਣਵੇਂ ਸਾਹਿਬ ਦੇ ਆਪਾਂ ਪੜ੍ਹਦੇ ਹਾਂ ਕਿ ਸਾਜਨੋ ਤੂੰ ਮੀਤ ਮੇਰਾ, ਗ੍ਰਹਿ ਤੇਰੇ ਸਭ ਕੇ, ਮਾਣ ਮੰਗੋ ਤਾਣ ਮੰਗੋ ਧਨ ਲਖਮੀ ਸੁਤ ਦੇ। ਸਭ ਕੁਝ ਤੇਰੇ ਤੋਂ ਹੀ ਮੰਗਣਾ ਹੈ, ਪਰ ਇੱਕ ਹੋਰ ਅਰਦਾਸ ਹੈ ਕਰਤਾ ਤੂੰ ਮੇਰਾ ਜਜ਼ਮਾਨ, ਇੱਕ ਦਖਣਾ ਹੋ ਤੈ ਪੈ ਮੰਗੋ ਦੇ ਆਪਣਾ ਨਾਮ। ਜੇ ਤੂੰ ਸਾਨੂੰ ਨਾਮ ਦੀ ਦਾਤ ਬਖਸ਼ ਦੇਗਾ, ਸਾਨੂੰ ਆਪਣੇ ਗਲੇ ਲਗਾ ਲੇਗਾ, ਤੇ ਫਿਰ ਇਹ ਸਾਡੀ ਕਠੋਰਤਾ ਜਿਹੜੀ ਹੈ ਉਹ ਖਤਮ ਹੋ ਸਕਦੀ ਹੈ। ਸਾਡਾ ਜੀਵਨ ਜਿਹੜਾ ਹੈ ਉਹ ਸੁਚੱਜਾ ਬਣ ਸਕਦਾ ਹੈ। ਤੇਰੀ ਸ਼ਰਨ ਦੇ ਅੰਦਰ ਆਏ ਹਾਂ ਮੇਰੇ ਮਾਲਕ ਜੀ, ਦਰ ਮਾਦੇ ਠਾਡੇ ਦਰਬਾਰ, ਤੁਝ ਬਿਨ ਸੁਰਤ ਕਰੈ ਕੋ ਮੇਰੀ, ਦਰਸ਼ਨ ਦੀਜੈ ਖੋਲ ਕਿਵਾੜ, ਪ੍ਰਭ ਮੋਹਿ ਕਬ ਗਲ ਲਾਵੇਂਗੇ। ਅਸੀਂ ਵੀ ਇਸ ਆਸ ਦੇ ਅੰਦਰ ਬੈਠੇ ਹਾਂ ਕਦੋਂ ਤੂੰ ਸਾਨੂੰ ਆਪਣੇ ਗਲੇ ਨਾਲ ਲਗਾਏਗਾ। ਸਾਹਿਬ ਜੀ ਬਖਸ਼ਿਸ਼ ਰਹਿਮਤ ਕਰਦੇ, ਸਾਡੇ ਵਿੱਚੋਂ ਵਿਕਾਰਾਂ ਦੀ ਕਠੋਰਤਾ ਨੂੰ ਕੱਢ ਕੇ ਸਦੀਵ ਕਾਲ ਲਈ ਆਪਣੇ ਚਰਨਾਂ ਦੇ ਅੰਦਰ ਜਿਉਂਦੇ ਜੀ ਥਾਂ ਦੇ ਦੇ, ਤਾਂ ਕਿ ਸਾਡਾ ਆਇਆ ਸੰਸਾਰ ਦੇ ਅੰਦਰ ਸਫਲ ਹੋ ਜਾਏ। ਸਤਿਗੁਰੂ ਕਿਰਪਾ ਕਰਨ। ਪੋਹ ਦਾ ਮਹੀਨਾ ਸਰਬੱਤ ਸੰਗਤਾਂ ਦਾ ਸੁੱਖ ਸੁੱਖਾਂ ਦਾ ਬਤੀਤ ਹੋਵੇ ਜੀ। ਵਿਚਾਰ ਕਰਦਿਆਂ ਹੋਇਆਂ ਅਨੇਕ ਪ੍ਰਕਾਰ ਦੀਆਂ ਹੋਈਆਂ ਭੁੱਲਾਂ ਬਖਸ਼ ਲੈਣੀਆਂ, ਰਹਿਮਤਾਂ ਦਾ ਪਰਦਾ ਪਾ ਦਿਓ, ਕਿਰਪਾ ਕਰਿਓ। ਬੁਲਾਓ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।